ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚਾ ਵਿਚਕਾਰ ਮੀਟਿੰਗਾਂ ਚੱਲ ਰਹੀਆਂ ਨੇ, ਲੇਕਿਨ ਇਹਨਾਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ, ਜਿਸ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚਾ ਨੇ ਭਾਰਤ ਸਰਕਾਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਚਿੱਠੀ ਲਿਖੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਪੱਤਰ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਕੀ ਲਿਖਿਆ ਗਿਆ ਹੈ। ਇਹ ਪੱਤਰ ਤੁਹਾਡੇ ਮਿਤੀ 20 ਦਸੰਬਰ 2020 ਦੇ ਪੱਤਰ ਦੇ ਜਵਾਬ ਵਿੱਚ ਇਨਕਲਾਬੀ ਕਿਸਾਨ ਯੂਨੀਅਨ ਪੰਜਾਬ ਦੇ ਸ਼੍ਰੀ ਦਰਸ਼ਨਪਾਲ ਨੂੰ ਸੰਬੋਧਿਤ ਕੀਤਾ ਗਿਆ ਹੈ, ਜਿਸ ਵਿੱਚ 39 ਹੋਰ ਸਾਥੀ ਜੋ ਸਰਕਾਰ ਨਾਲ ਗੱਲਬਾਤ ਵਿੱਚ ਸ਼ਾਮਲ ਹੋਏ ਸਨ ਦੀ ਨਕਲ ਕੀਤੀ ਗਈ ਹੈ। ਸਾਨੂੰ ਅਫਸੋਸ ਹੈ ਕਿ ਇਸ ਪੱਤਰ ਵਿੱਚ ਤੁਸੀਂ ਪੁੱਛਿਆ ਹੈ ਕਿ ਸਾਡੀ ਪਿਛਲੀ ਚਿੱਠੀ ਸਿਰਫ ਇੱਕ ਵਿਅਕਤੀ ਦੀ ਰਾਏ ਹੈ ਜਾਂ ਇਹ ਸਾਰੀਆਂ ਸੰਸਥਾਵਾਂ ਦਾ ਨਜ਼ਰੀਆ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੀ ਚਿੱਠੀ ਡਾਕਟਰ ਦਰਸ਼ਨਪਾਲ ਜੀ ਨੇ ਨਾਮ ਭੇਜੀ ਗਈ ਸੀ ਅਤੇ ਇਹ ਪੱਤਰ ਸੰਯੁਕਤ ਕਿਸਾਨ ਮੋਰਚੇ ਦੇ ਇਸ ਅੰਦੋਲਨ ਵਿੱਚ ਸ਼ਾਮਲ ਸਾਰੀਆਂ ਸੰਗਠਨਾਂ ਦੁਆਰਾ ਲੋਕਤੰਤਰੀ ਵਿਚਾਰ ਵਟਾਂਦਰੇ ਤੋਂ ਬਾਅਦ ਬਣਾਈ ਗਈ ਸਰਬਸੰਮਤੀ ਨਾਲ ਰਾਏ ਹੈ। ਇਸ ਬਾਰੇ ਸਵਾਲ ਉਠਾਉਣਾ ਸਰਕਾਰ ਦਾ ਕੰਮ ਨਹੀਂ ਹੈ। ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਸਰਕਾਰ ਦੀਆਂ ਕਈ ਹੋਰ ਕੋਸ਼ਿਸ਼ਾਂ ਦੀ ਤਰ੍ਹਾਂ ਇਹ ਪੱਤਰ ਵੀ ਕਿਸਾਨ ਅੰਦੋਲਨ ਨੂੰ ਨਵੇਂ ਤਰੀਕਿਆਂ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਭਾਰਤ ਸਰਕਾਰ ਪੂਰੇ ਦੇਸ਼ ਦੇ ਕਿਸਾਨੀ ਅਤੇ ਸ਼ਾਂਤਮਈ ਜ਼ਮੀਨੀ ਅਤੇ ਕਾਨੂੰਨੀ ਸੰਘਰਸ਼ ਨੂੰ ਵੱਖਵਾਦੀ ਅਤੇ ਕੱਟੜਪੰਥੀ ਵਜੋਂ ਪੇਸ਼ ਕਰਨ, ਸੰਪਰਦਾਵਾਦੀ ਅਤੇ ਖੇਤਰੀ ਰੰਗਾਂ ਨੂੰ ਚਿਤਰਨ ਅਤੇ ਬੇਤੁਕੀ ਅਤੇ ਤਰਕਹੀਣ ਦਿੱਖ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੱਚਾਈ ਇਹ ਹੈ ਕਿ ਕਿਸਾਨਾਂ ਨੇ ਸਾਫ਼ ਸੁਥਰੀ ਗੱਲਬਾਤ ਕੀਤੀ ਹੈ, ਪਰ ਸਰਕਾਰ ਦੀ ਤਰਫੋਂ ਇਸ ਗੱਲਬਾਤ ਨੇ ਚਾਲਾਂ ਦਾ ਸਹਾਰਾ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਅਖੌਤੀ ਕਿਸਾਨ ਨੇਤਾਵਾਂ ਅਤੇ ਸੰਗਠਨਾਂ ਨਾਲ ਗੱਲਬਾਤ ਕਰਕੇ ਇਸ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦਾ ਚੱਲ ਰਹੀ ਲਹਿਰ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਸ ਤਰ੍ਹਾਂ ਪੇਸ਼ ਆ ਰਹੇ ਹੋ ਜਿਵੇਂ ਉਹ ਸਰਕਾਰ ਦੇ ਰਾਜਨੀਤਿਕ ਸਮੂਹ ਨਹੀਂ ਬਲਕਿ ਭਾਰਤ ਦੇ ਰਾਜਨੀਤਿਕ ਵਿਰੋਧੀ ਹਨ। ਸਰਕਾਰ ਦਾ ਇਹ ਰਵੱਈਆ ਕਿਸਾਨਾਂ ਨੂੰ ਆਪਣੀ ਹੋਂਦ ਦੀ ਰਾਖੀ ਲਈ ਆਪਣਾ ਰੋਸ ਤੇਜ਼ ਕਰਨ ਲਈ ਮਜਬੂਰ ਕਰ ਰਿਹਾ ਹੈ। ਅਸੀਂ ਹੈਰਾਨ ਹਾਂ ਕਿ ਸਰਕਾਰ ਅਜੇ ਵੀ ਇਹਨਾਂ 3 ਕਾਨੂੰਨਾਂ ਨੂੰ ਰੱਦ ਕਰਨ ਦੇ ਸਾਡੇ ਤਰਕ ਨੂੰ ਨਹੀਂ ਸਮਝਦੀ। ਕਿਸਾਨਾਂ ਨੇ ਨੁਮਾਇੰਦਿਆਂ ਦੇ ਨੀਤੀਗਤ ਦਿਸ਼ਾ, ਪਹੁੰਚ, ਬੁਨਿਆਦੀ ਉਦੇਸ਼ਾਂ ਅਤੇ ਸੰਵਿਧਾਨਿਕਤਾ ਸੰਬੰਧੀ ਮੁੱਦਿਆਂ ਨੂੰ ਉਠਾਉਂਦਿਆਂ 3 ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਪਰ ਸਰਕਾਰ ਨੇ ਚਲਾਕੀ ਨਾਲ ਇਹਨਾਂ ਬੁਨਿਆਦੀ ਇਤਰਾਜ਼ਾਂ ਨੂੰ ਕੁਝ ਸੋਧਾਂ ਦੀ ਮੰਗ ਵਜੋਂ ਉਲਟਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਕਈ ਦੌਰ ਦੀ ਗੱਲਬਾਤ ਦੌਰਾਨ ਸਰਕਾਰ ਨੂੰ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਅਜਿਹੀਆਂ ਸੋਧਾਂ ਸਾਡੇ ਲਈ ਮਨਜ਼ੂਰ ਨਹੀਂ ਹਨ। 5 ਦਸੰਬਰ 2020 ਨੂੰ ਜਦੋਂ ਸਰਕਾਰ ਨੇ ਸੋਧ ਦੇ ਜ਼ੁਬਾਨੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ, ਸਾਨੂੰ ਦੱਸਿਆ ਗਿਆ ਕਿ ਠੋਸ ਪ੍ਰਸਤਾਵ ਸਰਕਾਰ ਨਾਲ ਉੱਪਰ ਵਿਚਾਰ ਵਟਾਂਦਰਾ ਤੋਂ ਬਾਅਦ ਸਾਡੇ ਨਾਲ ਸਾਂਝੇ ਕੀਤੇ ਜਾਣਗੇ। ਸਾਨੂੰ ਅੱਜ ਤੱਕ ਅਜਿਹੀ ਕੋਈ ਨਵੀਂ ਠੋਸ ਤਫਦੀਸ਼ ਨਹੀਂ ਮਿਲੀ ਹੈ। ਤੁਸੀਂ ਜਾਣਦੇ ਹੋ ਕਿ ਲਿਖਤੀ ਪ੍ਰਸਤਾਵ ਜੋ ਤੁਸੀਂ 9 ਦਸੰਬਰ 2020 ਨੂੰ ਭੇਜੇ ਸਨ, ਸਿਰਫ 5 ਦਸੰਬਰ ਦੀ ਗੱਲਬਾਤ ਵਿੱਚ ਕੀਤੇ ਜ਼ੁਬਾਨੀ ਪ੍ਰਸਤਾਵਾਂ ਦੀ ਇੱਕ ਦੁਹਰਾਓ ਹੈ, ਜਿਸ ਨੂੰ ਅਸੀਂ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ। ਤੁਸੀਂ ਇਹ ਵੀ ਜਾਣਦੇ ਹੋਵੋਗੇ ਕਿ ਤੁਹਾਡੀ ਤਫਦੀਸ਼ ਵਜੋਂ ਜ਼ਰੂਰੀ ਚੀਜ਼ਾਂ ਸੋਧ ਐਕਟ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਆਓ ਅਸੀਂ ਇਸ ਕਾਨੂੰਨਾਂ ਵਿੱਚ ਸੋਧ ਦੀ ਮੰਗ ਨਹੀਂ ਕਰ ਰਹੇ ਬਲਕਿ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਇਹਨਾਂ 3 ਕਾਨੂੰਨਾਂ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਬਾਰੇ ਜੋ ਪ੍ਰਸਤਾਵ ਤੁਸੀਂ ਭੇਜਿਆ ਹੈ, ਇਸ ਦਾ ਜਵਾਬ ਦੇਣ ਲਈ ਕੋਈ ਸਪਸ਼ਟ ਪ੍ਰਸਤਾਵ ਨਹੀਂ ਹੈ। MSP ਤੇ ਤੁਸੀਂ ਮੌਜੂਦਾ ਖਰੀਦ ਪ੍ਰਣਾਲੀ ਨਾਲ ਸੰਬੰਧਿਤ ਲਿਖਤੀ ਭਰੋਸਾ ਦਾ ਪ੍ਰਸਤਾਵ ਦੇ ਰਹੇ ਹੋ, ਜਦੋਂ ਕਿ ਕਿਸਾਨ ਜਥੇਬੰਦੀਆਂ ਕੌਮੀ ਕਿਸਾਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ C2+ 50% ਤੇ ਸਾਰੀਆਂ ਫਸਲਾਂ ਦੀ ਖਰੀਦ ਲਈ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੀਆਂ ਹਨ। ਜਦੋਂ ਤੁਸੀਂ ਅਜਿਹੇ ਕਾਨੂੰਨ ਦਾ ਖਰੜਾ ਭੇਜਦੇ ਹੋ ਤਾਂ ਅਸੀਂ ਬਿਨਾਂ ਦੇਰੀ ਕੀਤੇ ਇਸ ਇੱਕ ਵਿਸਥਾਰ ਜਵਾਬ ਦੇਵਾਂਗੇ। ਇਸੇ ਤਰ੍ਹਾਂ ਖਰੜਾ ਬਿਜਲੀ ਐਕਟ ਸੋਧ ਬਿੱਲ ਬਾਰੇ ਤੁਹਾਡਾ ਪ੍ਰਸਤਾਵ ਅਸਪਸ਼ਟ ਹੈ ਅਤੇ ਬਿਜਲੀ ਬਿੱਲ ਦੀ ਅਦਾਇਗੀ ਤੱਕ ਸੀਮਿਤ ਹੈ। ਜਦੋਂ ਤੁਸੀਂ ਕ੍ਰਾਸ ਸਬਸਿਡੀ ਬੰਦ ਕਰਨ ਦੇ ਸੰਬੰਧਾਂ ਬਾਰੇ ਇਸ ਡਰਾਫਟ ਵਿੱਚ ਆਪਣੀ ਭੂਮਿਕਾ ਨੂੰ ਸਪਸ਼ਟ ਨਹੀਂ ਕਰਦੇ ਤਾਂ ਇਸ ਦਾ ਜਵਾਬ ਦੇਣਾ ਅਰਥਹੀਣ ਹੋਵੇਗਾ। ਏਅਰ ਕੁਆਲਿਟੀ ਐਕਟ ਨੂੰ ਉਚਿਤ ਜਵਾਬ ਦੇਣ ਦਾ ਭਰੋਸਾ ਇੰਨਾ ਖੋਖਲਾ ਹੈ ਕਿ ਇਸ ਦਾ ਜਵਾਬ ਦੇਣਾ ਹਾਸੋਹੀਣ ਹੋਵੇਗਾ। ਅਸੀਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਮੁਜ਼ਾਹਰਾਕਾਰੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਸਰਕਾਰ ਨੂੰ ਕਦੋਂ ਖੁੱਲ੍ਹੇ ਮਨ, ਖੁੱਲ੍ਹੇ ਦਿਮਾਗ ਅਤੇ ਸਪਸ਼ਟ ਨੀਅਤ ਨਾਲ ਅੱਗੇ ਵਧੇਗੀ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੇਕਾਰ ਸੋਧਾਂ ਲਈ ਰੱਦ ਕੀਤੇ ਪ੍ਰਸਤਾਵਾਂ ਨੂੰ ਦੁਹਰਾਉਣ ਦੀ ਬਜਾਏ ਲਿਖਤੀ ਰੂਪ ਵਿੱਚ ਇੱਕ ਠੋਸ ਪ੍ਰਸਤਾਵ ਭੇਜੋ ਤਾਂ ਜੋ ਇਸ ਨੂੰ ਇੱਕ ਏਜੰਡਾ ਬਣਾਇਆ ਜਾ ਸਕੇ ਅਤੇ ਜਲਦੀ ਤੋਂ ਜਲਦੀ ਮੁੜ ਸ਼ੁਰੂ ਕੀਤਾ ਜਾ ਸਕੇ। ਤੁਹਾਡੇ ਵਫਾਦਾਰ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।